ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸਵਾਗਤ ਹੈ ਵੀਡੀਓ ਵਿੱਚ। ਤੇ ਅੱਜ ਆਪਾਂ ਕਰਾਂਗੇ ਪਾਠ ਪ੍ਰਾਰਥਨਾ ਦੇ ਵੱਡੇ ਪ੍ਰਸ਼ਨ ਉੱਤਰ ਜਿਹੜੇ 25 ਤੋਂ 30 ਸ਼ਬਦਾਂ ਵਾਲੇ ਹੁੰਦੇ ਹਨ। ਪਹਿਲਾ ਪ੍ਰਸ਼ਨ ਹੈ, ਪ੍ਰਾਰਥਨਾ ਨਾਂ ਦੇ ਲੇਖ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ, ਜਾਂ ਫਿਰ ਪ੍ਰਾਰਥਨਾ ਲੇਖ ਵਿੱਚ ਜਿਹੜੇ ਮਹੱਤਵਪੂਰਨ ਵਿਚਾਰ ਪ੍ਰਗਟਾਏ ਹਨ ਉਹਨਾਂ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ। ਤੇ ਇਸ ਦਾ ਉੱਤਰ ਹੈ, ਡਾਕਟਰ ਬਲਬੀਰ ਸਿੰਘ ਨੇ ਆਪਣੇ ਲੇਖ ਪ੍ਰਾਰਥਨਾ ਵਿੱਚ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਵਿਅਕਤੀ ਲਈ ਅਰਦਾਸ ਬਹੁਤ ਜ਼ਰੂਰੀ ਹੈ। ਸਿੱਖ ਧਰਮ ਵਿੱਚ ਤਾਂ ਅਰਦਾਸ ਦਾ ਵਿਸ਼ੇਸ਼ ਮਹੱਤਵ ਹੈ। ਅਰਦਾਸ ਦੀ ਲੋੜ ਹਰ ਸੰਸਾਰਿਕ ਮੌਕੇ 'ਤੇ ਹੈ। ਸਿੱਖ ਲਈ ਤਾਂ ਕੋਈ ਅਜਿਹਾ ਮੌਕਾ ਨਹੀਂ ਜੋ ਬਿਨਾਂ ਅਰਦਾਸ ਦੇ ਹੋਵੇ। ਅੱਗੇ ਹੈ ਪ੍ਰਸ਼ਨ ਨੰਬਰ 2, ਸੁਕਰਾਤ ਕੌਣ ਸੀ ਤੇ ਉਸਨੇ ਕੀ ਪ੍ਰਾਰਥਨਾ ਅਰਦਾਸ ਕੀਤੀ ਸੀ? ਸੁਕਰਾਤ ਸਭ ਤੋਂ ਸਿਆਣਾ ਵਿਅਕਤੀ ਗਿਣਿਆ ਜਾਂਦਾ ਹੈ ਜੋ ਮੌਤ ਤੋਂ ਬੇਪਰਵਾਹ ਸੀ ਤੇ ਉਸਨੇ ਜ਼ਹਿਰ ਦਾ ਪਿਆਲਾ ਸ਼ਰਬਤ ਵਾਂਗ ਪੀ ਲਿਆ ਸੀ। ਅਜਿਹੇ ਵਿਅਕਤੀ ਵੀ ਅਰਦਾਸ ਦਾ ਕਾਇਲ ਸੀ। ਉਸਨੇ ਪੈਨ ਦੇਵਤਾ ਤੇ ਇਸ ਥਾਂ ਦੇ ਹੋਰ ਸਾਰੇ ਦੇਵਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਉਸਦੀ ਇਹ ਬੇਨਤੀ ਜ਼ਰੂਰ ਮਨਜ਼ੂਰ ਕਰਨ ਕਿ ਉਹਦੇ ਅੰਦਰ ਉਸਦੀ ਰੂਹ ਸੁੰਦਰ ਬਣ ਜਾਵੇ ਅਤੇ ਉਸਦੀਆਂ ਸਾਰੀਆਂ ਬਾਹਰਲੀਆਂ ਵਸਤਾਂ ਇਸ ਅੰਦਰਲੀ ਜੀਵਾਤਮਾ ਨਾਲ ਇਕਸੁਰ ਹੋ ਜਾਣ। ਪ੍ਰਸ਼ਨ ਨੰਬਰ 3 ਹੈ, ਖਾਲਸਾ ਟਰੈਕਟ ਸੁਸਾਇਟੀ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਵੱਲੋਂ ਪ੍ਰਕਾਸ਼ਿਤ ਪਹਿਲੇ ਟਰੈਕਟ ਬਾਰੇ ਜਾਣਕਾਰੀ ਦਿਓ। ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ 1893 ਈਸਵੀ ਵਿੱਚ ਵੱਜਦਾ ਹੈ, ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਯਤਨਾਂ ਦਾ ਸਿੱਟਾ ਸੀ। ਤੇ ਇਸ ਵੱਲੋਂ ਛਾਪੇ ਗਏ ਪਹਿਲੇ ਟਰੈਕਟ ਦਾ ਨਾਂ ਪ੍ਰਾਰਥਨਾ ਸੀ। ਇਸ ਟਰੈਕਟ ਵਿੱਚ ਅਰਦਾਸ ਦੀ ਸਿਰਫ ਜ਼ਰੂਰਤ ਹੀ ਨਹੀਂ ਦਰਸਾਈ ਗਈ, ਸਗੋਂ ਸੰਕੇਤਕ ਤੌਰ 'ਤੇ ਇਹ ਦੱਸਿਆ ਗਿਆ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਅਰਦਾਸ ਤੋਂ ਹੋਣੀ ਚਾਹੀਦੀ ਹੈ। ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਇਸ ਅਰਦਾਸ ਤੋਂ ਹੀ ਵੱਜਦਾ ਹੈ। ਅੱਗੇ ਹੈ ਪ੍ਰਸ਼ਨ ਨੰਬਰ 4, ਸਿੱਖ ਦੀ ਅਰਦਾਸ ਨਿਰਾਲੀ ਕਿਵੇਂ ਹੈ? ਉੱਤਰ ਹੈ, ਸਿੱਖ ਦੀ ਅਰਦਾਸ ਨਿਰਾਲੀ ਹੈ। ਇਹ ਨਿੱਜੀ ਵਿਅਕਤੀਗਤ ਪ੍ਰਾਰਥਨਾ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜ ਦੇ ਪ੍ਰਾਈਵੇਟ ਪੱਧਰ ਤੋਂ ਉੱਪਰ ਹੋ ਜਾਂਦੀ ਹੈ, ਕਿਉਂਕਿ ਇਹ ਸਰਬੱਤ ਦੇ ਭਲੇ ਦੀ ਮੰਗ ਵਿੱਚ ਖਤਮ ਹੁੰਦੀ ਹੈ। ਸਿੱਖ ਦੀ ਅਰਦਾਸ ਤਾਂ ਹੀ ਸਫਲ ਹੈ ਜੇਕਰ ਉਹ ਆਪਣੀ ਨਿੱਕੀ ਹਸਤੀ ਦੀਆਂ ਛੋਟੀਆਂ ਲੋੜਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ। ਇਹ ਸਰਬੱਤ ਦੀ ਲੀਨਤਾ ਮਗਨਤਾ ਆਪਣੇ ਆਪ ਵਿੱਚ ਫਲਸਰੂਪ ਹੈ। ਇਸ ਤਰ੍ਹਾਂ ਸਿੱਖ ਦੀ ਅਰਦਾਸ ਨਿਰਾਲੀ ਹੈ। ਅੱਗੇ ਹੈ ਪ੍ਰਸ਼ਨ ਨੰਬਰ 5, ਸਿੱਖ ਦੀ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਕਿਵੇਂ ਹੈ? ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਅਥਵਾ ਹੌਸਲੇ ਵਿੱਚ ਹੋਣ ਦਾ ਸਾਧਨ ਹੈ ਤੇ ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਭਾਅ ਦਾ ਯਤਨ ਹੈ। ਅਰਦਾਸ ਦੁਆਰਾ ਵੱਡੇ ਹੁੰਦਿਆਂ ਹੀ, ਜਾਂ ਇਸ ਤਰ੍ਹਾਂ ਕਹੋ ਕਿ ਸਰਬੱਤ ਸਮੁੱਚੀ ਮਾਨਵਤਾ ਦੇ ਭਾਵ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਦੋਸ਼ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਾਰਨ ਹਨ। ਸਾਡਾ ਨਿਕੰਮੇਪਣ, ਕਮੀਨੇਪਣ, ਛੁਟਦਿਲੇਪਣ ਤੇ ਵੱਖਰੇਪਣ ਤੋਂ ਇਸ ਤਰ੍ਹਾਂ ਪਿੱਛਾ ਛੁੱਟ ਜਾਂਦਾ ਹੈ ਤੇ ਮਨੁੱਖ ਇਸ ਤਰ੍ਹਾਂ ਇਹਨਾਂ ਤੋਂ ਉੱਪਰ ਹੋ ਜਾਂਦਾ ਹੈ ਜਿਵੇਂ ਉਸਦੇ ਵੱਡੇ ਹੁੰਦਿਆਂ ਹੀ ਪੁਰਾਣੇ ਕੱਪੜੇ ਛੋਟੇ ਹੋ ਜਾਂਦੇ ਹਨ। ਪ੍ਰਸ਼ਨ ਨੰਬਰ 6 ਹੈ, ਕੈਦੀ ਦਾ ਵਿਹਾਰ ਕਿਸ ਤਰ੍ਹਾਂ ਦਾ ਸੀ? ਕੈਦ ਵਿੱਚ ਰਹਿੰਦਾ ਹੈ ਕੈਦੀ ਸਰਦਾਰ ਹਮੇਸ਼ਾ ਪਰਮੇਸ਼ਰ ਪਰਮਾਤਮਾ ਤੇ ਮਨੁੱਖਾਂ ਨੂੰ ਗਾਲਾਂ ਦਿੰਦਾ ਸੀ ਅਤੇ ਜਿਹੜੀ ਗੱਲ ਮੂੰਹ 'ਤੇ ਆਉਂਦੀ ਸੀ ਬਕਦਾ ਰਹਿੰਦਾ ਸੀ। ਲੇਖਕ ਅਨੁਸਾਰ ਕਰਤਾਰ 'ਤੇ ਵਿਸ਼ਵਾਸ ਰੱਖਣਾ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਪਰ ਅਪਰਾਧੀ ਦੇ ਦਿਲ ਵਿੱਚੋਂ ਇਹ ਮਹਾਂ ਉੱਤਮ ਪਦਾਰਥ ਵੀ ਉੱਡ ਕੇ ਇਸ ਨੂੰ ਇੱਕ ਅਜਿਹੀ ਅੱਗ ਵਿੱਚ ਸੁੱਟ ਗਿਆ ਸੀ ਜਿਸ ਵਿੱਚ ਵਿਅਕਤੀ ਮਰਦਾ ਤਾਂ ਨਹੀਂ ਪਰ ਹਮੇਸ਼ਾ ਸੜਦਾ ਰਹਿੰਦਾ ਹੈ। ਅੱਗੇ ਹੈ ਪ੍ਰਸ਼ਨ ਨੰਬਰ 7, ਅਰਦਾਸ ਕਰਨ ਨਾਲ ਕੀ ਸੁੱਖ ਮਿਲਦਾ ਹੈ, ਜਾਂ ਫਿਰ ਅਰਦਾਸ ਕਰਨ ਦਾ ਕੀ ਲਾਭ ਹੈ? ਅਰਦਾਸ ਕਰਨ ਨਾਲ ਮਨੁੱਖ ਚੜ੍ਹਦੀ ਕਲਾ ਅਥਵਾ ਹੌਸਲੇ ਵਿੱਚ ਰਹਿੰਦਾ ਹੈ। ਛੋਟੇ ਤੋਂ ਵੱਡੇ ਹੋਣ ਦਾ ਇਹ ਸਹਿਜ ਸੁਭਾਅ ਦਾ ਯਤਨ ਹੈ। ਸਰਬੱਤ ਦੇ ਭਲੇ ਦੀ ਭਾਵਨਾ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਸਾਡੇ ਛੋਟੇ ਹੋਣ ਕਾਰਨ ਹਨ। ਅਰਦਾਸ ਕਰਨ ਨਾਲ ਸਾਡਾ ਨਿਕੰਮਾਪਣ, ਕਮੀਨਾਪਣ, ਛੁਟਦਿਲੇਪਣ ਅਤੇ ਵੱਖਰੇਪਣ ਦਾ ਜਿਹੜਾ ਉਸ ਤੋਂ ਪਿੱਛਾ ਛੁੱਟ ਜਾਂਦਾ ਹੈ। ਅੱਗੇ ਹੈ ਪ੍ਰਸ਼ਨ ਨੰਬਰ 8, ਪ੍ਰਾਰਥਨਾ ਲੇਖ ਦੇ ਆਧਾਰ 'ਤੇ ਡਾਕਟਰ ਬਲਬੀਰ ਸਿੰਘ ਦੀ ਵਾਰਤਕ ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀਆਂ ਵਿੱਚ ਡਾਕਟਰ ਬਲਬੀਰ ਸਿੰਘ ਦਾ ਵਿਸ਼ੇਸ਼ ਸਥਾਨ ਹੈ। ਪ੍ਰਾਰਥਨਾ ਉਸ ਦਾ ਇੱਕ ਮਹੱਤਵਪੂਰਨ ਲੇਖ ਹੈ ਜਿਸ ਵਿੱਚ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ। ਇਸ ਲੇਖ ਤੋਂ ਲੇਖਕ ਦੀ ਵਿਦਵਤਾ ਸਪਸ਼ਟ ਪ੍ਰਗਟ ਹੁੰਦੀ ਹੈ। ਲੇਖਕ ਨੇ ਆਪਣੇ ਵਿਚਾਰਾਂ ਨੂੰ ਛੋਟੇ-ਛੋਟੇ ਪ੍ਰਸੰਗਾਂ ਰਾਹੀਂ ਬਿਆਨ ਕੀਤਾ ਹੈ। ਉਸਦੀ ਸ਼ੈਲੀ ਦਲੀਲ 'ਤੇ ਆਧਾਰਿਤ ਹੈ। ਲੇਖਕ ਨੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਉਦਾਹਰਨਾਂ ਦਿੱਤੀਆਂ ਹਨ।
ਤੇ ਬੱਚਿਓ ਅੱਗੇ ਹਨ ਤੁਹਾਡੇ 50 ਤੋਂ ਲੈ ਕੇ 60 ਸ਼ਬਦਾਂ ਵਾਲੇ ਪ੍ਰਸ਼ਨ, ਜਿਸ ਦਾ ਪਹਿਲਾ ਪ੍ਰਸ਼ਨ ਹੈ ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ। ਲੇਖਕ ਡਾਕਟਰ ਬਲਬੀਰ ਸਿੰਘ ਅਨੁਸਾਰ ਵਿਅਕਤੀ ਲਈ ਅਰਦਾਸ ਜ਼ਰੂਰੀ ਹੈ। ਅਰਦਾਸ ਦੀ ਲੋੜ ਹਰ ਸੰਸਾਰਿਕ ਮੌਕੇ, ਜਨਮ, ਵਿਆਹ, ਮੌਤ, ਜੰਗ ਤੇ ਹੈ। ਸਿੱਖ ਲਈ ਤਾਂ ਕੋਈ ਅਜਿਹਾ ਮੌਕਾ ਨਹੀਂ ਜੋ ਬਿਨਾਂ ਅਰਦਾਸ ਦੇ ਹੋਵੇ। ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਪਰਮਾਤਮਾ ਦੀ ਸੇਵਾ ਵਿੱਚ ਅਰਦਾਸ ਕਰਨ ਨਾਲ ਮਨ ਨੂੰ ਸ਼ਾਂਤੀ, ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਕਸ਼ਟ ਦੁਖਦਾਈ ਪ੍ਰਤੀਤ ਨਹੀਂ ਹੁੰਦੇ। ਮਹਾਰਾਜਾ ਰਣਜੀਤ ਸਿੰਘ ਮੁਸ਼ਕਲ ਵੇਲੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਸਨ। ਅਰਦਾਸ ਨੇ ਹੀ ਕੈਦੀ ਦਾ ਜੀਵਨ ਬਦਲ ਦਿੱਤਾ ਸੀ। ਪ੍ਰਸ਼ਨ ਨੰਬਰ 2 ਹੈ, ਪ੍ਰਸਿੱਧ ਲੇਖਕ ਆਸਕਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ। ਪੜ੍ਹੇ ਲਿਖੇ ਲੋਕ ਇਹ ਪ੍ਰਸ਼ਨ ਕਰਦੇ ਹਨ ਕਿ ਕੀ ਅਰਦਾਸ ਸੁਣੀ ਜਾਂਦੀ ਹੈ ਅਥਵਾ ਇਸ ਦਾ ਕੋਈ ਉੱਤਰ ਮਿਲਦਾ ਹੈ। ਪ੍ਰਸਿੱਧ ਲੇਖਕ ਆਸਕਰ ਵਾਈਲਡ ਨੇ ਅਰਦਾਸ ਦੇ ਉੱਤਰ ਸੰਬੰਧੀ ਲਿਖਿਆ ਸੀ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਉਸ ਅਨੁਸਾਰ ਜੇਕਰ ਅਰਦਾਸ ਦਾ ਉੱਤਰ ਮਿਲੇ ਤਾਂ ਇਹ ਅਰਦਾਸ ਨਹੀਂ ਰਹਿੰਦੀ, ਸਗੋਂ ਖਤੋ ਕਿਤਾਬਤ ਇੱਕ ਦੂਜੇ ਨੂੰ ਲਿਖੀਆਂ ਚਿੱਠੀਆਂ ਦਾ ਸਿਲਸਿਲਾ ਬਣ ਜਾਂਦਾ ਹੈ। ਇਸ ਸਬੰਧ ਵਿੱਚ ਲੇਖਕ ਡਾਕਟਰ ਬਲਬੀਰ ਸਿੰਘ ਵੀ ਕਹਿੰਦਾ ਹੈ ਕਿ ਅਰਦਾਸ ਇੱਕ ਫਰਜ਼ ਹੈ ਜਿਸ ਦਾ ਉੱਤਰ ਗੈਰ ਜ਼ਰੂਰੀ ਹੈ। ਪ੍ਰਸ਼ਨ ਨੰਬਰ 3 ਹੈ, ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ। ਸਿੱਖ ਧਰਮ ਵਿੱਚ ਅਰਦਾਸ ਦੀ ਵਿਸ਼ੇਸ਼ ਮਹੱਤਤਾ ਹੈ। ਸਾਰੇ ਰਸਮਾਂ ਰਿਵਾਜਾਂ ਦੀ ਥਾਂ ਸਿੱਖ ਦੀ ਅਰਦਾਸ ਹੀ ਕਾਫੀ ਹੈ। ਸਾਰੇ ਪਰਮਾਰਥਕ ਆਤਮ ਗਿਆਨ ਸੰਬੰਧੀ ਸਾਧਨਾਂ ਦੀ ਥਾਂ ਇੱਕ ਅਰਦਾਸ ਹੀ ਲੋੜੀਂਦੀ ਵਸਤੂ ਹੈ। ਅਰਦਾਸ ਦੀ ਲੋੜ ਹਰ ਸੰਸਾਰਕ ਮੌਕੇ 'ਤੇ ਹੈ। ਕੋਈ ਮੌਕਾ ਅਜਿਹਾ ਨਹੀਂ ਜੋ ਸਿੱਖ ਲਈ ਬਿਨਾਂ ਅਰਦਾਸ ਦੇ ਹੋਵੇ। ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਹੈ। ਇਹ ਸਰਬੱਤ ਦੇ ਭਲੇ ਦੀ ਮੰਗ ਨਾਲ ਖਤਮ ਹੁੰਦੀ ਹੈ। ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਸਾਧਨ ਹੈ। ਪਰਮੇਸ਼ਰ 'ਤੇ ਭਰੋਸਾ ਕਰਕੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇਸੇ ਲਈ ਲੇਖਕ ਸਾਨੂੰ ਮਨ ਕਰਤਾਰ ਵੱਲ ਲਾਉਣ 'ਤੇ ਹਮੇਸ਼ਾ ਅਰਦਾਸ ਕਰਨ ਲਈ ਆਖਦਾ ਹੈ। ਅੱਗੇ ਹੈ ਪ੍ਰਸ਼ਨ ਨੰਬਰ 4, ਪ੍ਰਾਰਥਨਾ ਕਰਨ ਨਾਲ ਕੈਦੀ ਦੇ ਮਨ ਵਿੱਚ ਕਿਹੋ ਜਿਹੀ ਤਬਦੀਲੀ ਆਈ, ਜਾਂ ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ। ਇਸ ਦਾ ਉੱਤਰ ਹੈ, ਇੱਕ ਪੁਰਾਣੀ ਪੋਥੀ ਦੀ ਤੁਕ ਨੂੰ ਪੜ੍ਹ ਕੇ ਕੈਦੀ ਸੋਚਣ ਲੱਗਾ ਕਿ ਪਰਮਾਤਮਾ ਸਾਡਾ ਦਿਆਲੂ ਹੈ, ਐਡਾ ਦਿਆਲੂ ਹੈ ਕਿ ਹਮੇਸ਼ਾ ਬਖਸ਼ਦਾ ਤੇ ਦਇਆ ਕਰਦਾ ਹੈ ਅਤੇ ਸਭ ਨੂੰ ਸਹਾਰਾ ਦਿੰਦਾ ਹੈ। ਇੱਕ ਮੀਂਹ ਤੇ ਹਨੇਰੀ ਵਾਲੀ ਰਾਤ ਉਸਨੂੰ ਨੀਂਦ ਨਾ ਆਈ ਤੇ ਉਹ ਆਪਣੇ ਪਾਪਾਂ ਨੂੰ ਯਾਦ ਕਰਕੇ ਪਛਤਾਉਣ ਲੱਗਾ। ਉਸਨੇ ਪ੍ਰਭੂ ਪਿਤਾ ਅੱਗੇ ਪ੍ਰਾਰਥਨਾ ਕਰਦਿਆਂ ਕਿਹਾ ਕਿ ਹੇ ਪਿਤਾ, ਮੈਥੋਂ ਵੱਧ ਕੇ ਪਾਪੀ ਕੋਈ ਨਹੀਂ। ਮੈਂ ਕੁੰਭੀ ਨਰਕ ਦੇ ਯੋਗ ਹਾਂ, ਪਰ ਤੁਸੀਂ ਬਖਸ਼ਣਹਾਰ ਹੋ, ਇਸ ਲਈ ਮੈਨੂੰ ਵੀ ਬਖਸ਼ੋ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਜਾ ਕੋ ਮੁਸ਼ਕਿਲ ਅਤ ਬਣੈ। ਪ੍ਰਾਰਥਨਾ ਕਰਨ ਲਈ ਕੈਦੀ ਦਾ ਵਤੀਰਾ ਬਦਲ ਗਿਆ। ਉਹ ਹਰ ਇੱਕ ਨਾਲ ਮਿੱਠਾ ਬੋਲਦਾ ਤੇ ਹਲੀਮੀ ਨਾਲ ਵਰਤਦਾ। ਅੱਗੇ ਹੈ ਪ੍ਰਸ਼ਨ ਨੰਬਰ 5, ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ ਕਿਉਂ ਕਰ ਦਿੱਤੀ। ਰੋਹਤਾਸ ਵਿਖੇ ਇੱਕ ਰਾਤ ਬਿਮਾਰ ਪੈ ਗਏ। ਮਹਾਰਾਜੇ ਦੀ ਅਰਦਾਸ ਮੰਨ ਕੇ ਪ੍ਰਭੂ ਨੇ ਉਹਨਾਂ ਨੂੰ ਨੀਂਦ ਬਖਸ਼ੀ ਸੀ ਤੇ ਪ੍ਰਭੂ ਦੇ ਧੰਨਵਾਦ ਵਜੋਂ ਮਹਾਰਾਜੇ ਨੇ ਕਿਸੇ ਵੱਡੇ ਕੈਦੀ ਨੂੰ ਕੈਦ ਤੋਂ ਛੁਟਕਾਰਾ ਦੇਣ ਦੀ ਇੱਛਾ ਪ੍ਰਗਟਾਈ। ਵਜ਼ੀਰ ਧਿਆਨ ਸਿੰਘ ਨੇ ਮਹਾਰਾਜੇ ਨੂੰ ਦੱਸਿਆ ਕਿ ਇਸ ਵੇਲੇ ਇੱਕ ਧਾੜਵੀ ਸਰਦਾਰ ਹੀ ਉਹਨਾਂ ਦੀ ਮਿਹਰ ਦੇ ਯੋਗ ਹੈ। ਗੁਰਬਾਣੀ ਪੜ੍ਹਨ ਕਾਰਨ ਉਸਦੇ ਸੁਭਾਅ ਵਰਤਾਅ ਵਿੱਚ ਬਹੁਤ ਤਬਦੀਲੀ ਆ ਗਈ ਸੀ। ਵਜ਼ੀਰ ਧਿਆਨ ਸਿੰਘ ਦੀ ਗੱਲ ਮੰਨ ਕੇ ਮਹਾਰਾਜੇ ਨੇ ਉਸ ਕੈਦੀ ਦੀ ਸਜ਼ਾ ਮੁਆਫ ਕਰਨ ਦਾ ਹੁਕਮ ਦਿੱਤਾ। ਪ੍ਰਸ਼ਨ ਨੰਬਰ 6 ਹੈ, ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ। ਮਹਾਰਾਜੇ ਵੱਲੋਂ ਧਾੜਵੀ ਕੈਦੀ ਦੀ ਸਜ਼ਾ ਮੁਆਫ ਕਰਨ ਦਾ ਹੁਕਮ ਦੇਣ 'ਤੇ ਉਸਨੂੰ ਮਹਾਰਾਜੇ ਅੱਗੇ ਪੇਸ਼ ਕੀਤਾ ਗਿਆ। ਮਹਾਰਾਜੇ ਨੇ ਹੱਸ ਕੇ ਉਸਨੂੰ ਪੁੱਛਿਆ ਕਿ ਕਿਉਂ ਬਈ ਉਹ ਅਜੇ ਸਿੱਧਾ ਹੋਇਆ ਹੈ ਕਿ ਨਹੀਂ। ਕੈਦੀ ਨੇ ਮਹਾਰਾਜੇ ਨੂੰ ਕਿਹਾ ਕਿ ਉਹਨਾਂ ਦੀ ਕਿਰਪਾ ਨਾਲ ਉਹ ਧਾੜਵੀ ਤੋਂ ਸਰਦਾਰ ਬਣਿਆ ਹੈ ਤੇ ਉਹਨਾਂ ਦੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪਿਆਰ ਤੋਂ ਜਾਣੂ ਹੋਇਆ ਹੈ। ਉਸ ਨੂੰ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ। ਉਸ ਦਾ ਮਨ ਵਾਹਿਗੁਰੂ ਦੇ ਪਿਆਰ ਵਿੱਚ ਲੀਨ ਹੈ। ਇਸ ਕੈਦ ਤੋਂ ਵਾਹਿਗੁਰੂ ਦੀ ਬੇਅੰਤ ਮਿਹਰ ਨਾਲ ਛੁਟਕਾਰਾ ਹੋਇਆ ਹੈ ਅਤੇ ਅੰਤ ਨੂੰ ਉਹ ਇਸ ਮਹਾਭੋਜਲ ਤੋਂ ਉਸਨੇ ਛੁਟਕਾਰਾ ਬਖਸ਼ਣਾ ਹੈ। ਪ੍ਰਸ਼ਨ ਨੰਬਰ 7 ਹੈ, ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ। ਸਮਾਜ ਵਿੱਚ ਵਿਚਰਦਿਆਂ ਮਨੁੱਖ ਨੂੰ ਦੂਸਰਿਆਂ ਨਾਲ ਚੰਗਾ ਸਲੂਕ ਵਿਹਾਰ ਕਰਨਾ ਚਾਹੀਦਾ ਹੈ। ਸਾਨੂੰ ਦੂਸਰਿਆਂ ਨਾਲ ਚੰਗੀ ਤਰ੍ਹਾਂ ਬੋਲਣਾ ਅਤੇ ਹਲੀਮੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਨੁੱਖ ਦਾ ਜੀਵਨ ਥੋੜ੍ਹਾ ਚਿਰਾ ਹੈ, ਇਸ ਲਈ ਇਸ ਨੂੰ ਚੰਗੇ ਕੰਮਾਂ ਵਿੱਚ ਲਾਉਣ ਦੀ ਲੋੜ ਹੈ। ਰੱਬ ਦੀ ਦਰਗਾਹ ਵਿੱਚ ਸਾਡੇ ਚੰਗੇ ਕੰਮ ਹੀ ਦੇਖੇ ਜਾਣੇ ਹਨ, ਇਸ ਲਈ ਮੰਦੇ ਕਰਮਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਪ੍ਰਭੂ ਪਿਤਾ